मैं कैनेडा ਰੈਸਟੋਰੈਂਟ 'ਤੇ ਜੌਬ ਕਰਦੀ ਸੀ ਅਤੇ ਉੱਥੋਂ ਹੀ ਮੈਨੂੰ ਇਹਦੀ ਮੋਟੀਵੇਸ਼ਨ ਮਿਲੀ ਕਿ ਜੇ ਅਸੀਂ ਵਿਦੇਸ਼ੀ ਕੰਪਨੀਆਂ 'ਚ ਜਾ ਕੇ ਜਾਂ ਵਿਦੇਸ਼ਾਂ 'ਚ ਜਾ ਕੇ ਜੇ ਕੰਮ ਕਰ ਸਕਦੇ ਕਿਉਂ ਨਹੀਂ ਆਪਣੇ ਦੇਸ਼ 'ਚ ਕਰ ਸਕਦੇ। ਮੈਂ ਜਿੱਥੇ ਬੀਐਡ ਕਰਦੀ ਸੀ, ਜਿੱਥੇ ਮੈਂ ਐਮਏ ਕੀਤੀ ਆ, ਉਹਨਾਂ ਸਟੂਡੈਂਟਸ ਦੇ ਫੋਨ ਆ ਰਹੇ ਹੈ, ਉਹ ਇੰਨਾ ਐਪਰੀਸ਼ੀਏਟ ਕਰ ਰਹੇ ਹੈ ਔਰ ਮੈਨੂੰ ਖੁਸ਼ੀ ਹੋ ਰਹੀ ਹੈ, ਉਲਟਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਔਰਤ ਚਾਹੇ ਜੇ ਚੰਨ ਤਾਰਿਆਂ 'ਤੇ ਪਹੁੰਚ ਗਈ ਹੈ ਤੇ ਕੀ ਗੱਲ ਅਸੀਂ ਕੁਕਿੰਗ ਨਹੀਂ ਕਰ ਸਕਦੇ, ਜੋ ਕਿ ਸਾਡਾ ਮੇਨ ਹੈ। ਲੇਡੀਜ਼ ਦਾ ਇਹ ਹੁੰਦਾ ਕਿ ਕੁਕਿੰਗ, ਜਿਹੜੀ ਲੇਡੀ ਨੂੰ ਕੁਕਿੰਗ ਆਉਂਦੀ ਉਹ ਸਭ ਕੁਝ ਜਾਣਦੀ ਹੈ, ਘਰ ਨੂੰ ਸੰਭਾਲਣਾ ਜਾਣਦੀ ਹੈ। ਮੈਂ ਟੇਬਲ ਤੋਂ ਆਪਣੇ ਬਰਤਨ ਤੱਕ ਚੱਕੇ ਹੈ, ਉਹਨੂੰ ਵਾਸ਼ ਕੀਤਾ। ਜੇ ਅਸੀਂ ਮੈਂ ਬਾਹਰ ਉੱਥੇ ਕੋਈ ਇੰਨੇ ਨਹੀਂ ਹੁੰਦੇ, ਅਸੀਂ ਲੋਕਾਂ ਨੇ ਹੀ ਕੰਮ ਕਰਨਾ, ਅਤੇ ਜੇ ਅਸੀਂ ਉੱਥੇ ਕਰ ਸਕਦੇ ਤਾਂ ਇੱਥੇ ਕਿਉਂ ਨਹੀਂ ਕਰ ਸਕਦੇ। ਅਤੇ ਲੋਕ ਪੈਸੇ ਲੈ ਕੇ ਚਲੇ ਜਾਂਦੇ ਸੀ ਇੰਨੀਆਂ ਵੱਡੀਆਂ ਗੱਡੀਆਂ ਦੇ ਵਿੱਚ ਆ ਕੇ, ਅਤੇ ਬਾਅਦ ਵਿੱਚ ਮੇਰਾ ਕਦੀ ਮਤਲਬ ਬਹੁਤ ਵੱਡੀ ਅਮਾਊਂਟ ਵੀ ਲੈ ਕੇ ਚਲੇ ਜਾਂਦੇ ਰਹੇ ਆ। ਹੁੰਦਾ ਸੀ ਫੀਲ ਵੀ ਬੰਦਿਆਂ ਦੇ ਵਿੱਚ ਇੰਨੀ ਸੋਚ ਵੀ ਨਹੀਂ ਗੀ ਕਿ ਇੱਕ ਲੇਡੀ ਬੈਠੀ ਹੋਈ ਹੈ, ਉਹ ਕਾਹਦੇ ਲਈ ਇੰਨੀ ਦੇਰ 'ਤੇ ਬੈਠੀ ਹੋਈ ਹੈ, ਤੁਸੀਂ ਉਹਨੂੰ ਪੇ ਕਰਕੇ ਜਾਓ ਜੇ ਇੰਨਾ ਫੂਡ ਲੈ ਕੇ ਜਾ ਰਹੇ ਹੋ। ਮੈਂ ਹੁਣ ਪਿੱਛੇ ਤਾਂ ਭੱਜ ਨਹੀਂ ਸਕਦੀ ਕਿਸੇ ਦੇ। ਹਸਬੈਂਡ ਦੀ ਸਪੋਰਟ ਕਿਵੇਂ ਰਹੀ? ਜਿਵੇਂ ਤੁਸੀਂ ਕਿਹਾ ਕਈ ਵਾਰ ਲੋਕ ਪੈਸੇ ਲੈ ਕੇ ਚਲੇ ਜਾਂਦੇ, ਇੱਦਾਂ ਦੀਆਂ ਗੱਲਾਂ ਜਦੋਂ ਅਸੀਂ ਘਰ ਦੱਸਦੇ ਹਾਂ ਤਾਂ ਫੈਮਿਲੀ ਨੂੰ ਹੁੰਦੇ ਕਿ ਕਿਹੜੇ ਸਟ੍ਰੈਸ 'ਚ ਪੈ ਰਹੀਆਂ, ਆਲਰੇਡੀ ਹੈਲਥ ਇਸ਼ੂਜ਼ 'ਚੋਂ ਲੰਘ ਰਹੀ ਹੈਗੀਆਂ ਅਤੇ ਛੱਡ ਜਾਂ ਆਰਾਮ ਕਰ। ਉਹ ਤਾਂ ਇਹੀ ਕਹਿੰਦੇ ਜੋ ਕਰਮਾਂ ਦਾ ਸੀ ਆ ਗਿਆ, ਜੇ ਨਹੀਂ ਹੈ ਕਰਮਾਂ ਦਾ ਤਾਂ ਗਿਆ। ਮੇਰਾ 10th 'ਚ ਬੱਚਾ ਪੜ੍ਹਦਾ ਹੈ, ਮੈਂ ਉਹਨੂੰ ਵੀ ਦੇਖਦੀ ਹਾਂ, ਮੈਂ ਕੁਕਿੰਗ ਕਰਕੇ ਆਉਂਦੀ ਹਾਂ, ਤਿੰਨੋਂ ਟਾਈਮ ਦਾ ਮੀਲ ਬਣਾ ਕੇ ਆਉਂਦੀ ਹਾਂ। ਫਿਰ ਉਸ ਤੋਂ ਬਾਅਦ ਘਰ ਜਾ ਕੇ ਬੇਟੇ ਨੂੰ ਦੇਖਣੀ, ਉਹਦੀ ਸਟੱਡੀ ਦੇਖਣੀ, ਸਭ ਕੁਝ ਦੇਖ ਰਹੀ ਹਾਂ ਮੈਂ ਹੁਣ ਵੀ ਕਹਾਂਗੀ ਕਿ ਜੇ ਕਿਸੇ ਲੇਡੀ ਨੇ ਕੰਮ ਕਰਨਾ ਉਹ ਮੇਰੇ ਕੋਲ ਆਵੇ। ਜੇ ਉਹਨੂੰ ਕੋਈ ਤੰਦੂਰ ਲਾਉਣਾ ਆਉਂਦਾ, ਕੁਝ ਵੀ ਆਉਂਦਾ, ਮੈਂ ਉਹਨੂੰ ਕੰਮ ਦੇਵਾਂਗੀ। ਵਾਹ ਜੀ ਵਾਹ ਕਿਆ ਸਵਾਦ ਹੈ ਅਤੇ ਵਾਹ ਜੀ ਵਾਹ ਕਿਆ ਬਾਤ ਹੈ। ਸੋ ਅੱਜ ਵਾਹ ਜੀ ਵਾਹ ਕਿਆ ਜਜ਼ਬਾ ਆ, ਇਹੀ ਅਸੀਂ ਆਖਾਂਗੇ ਇੱਕ ਐਸੀ ਔਰਤ ਨੂੰ ਜਿਸ ਦੀ ਹਿੰਮਤ ਦੀ ਕਹਾਣੀ ਦੇ ਮੈਂ ਤੁਹਾਨੂੰ ਰੂਬਰੂ ਕਰਾਉਣਾ ਹੈ। ਸੋ ਦੋਸਤੋ ਅਸੀਂ ਆਏ ਹਾਂ ਖਰੜ ਦੇ ਵਿੱਚ, ਤੁਹਾਨੂੰ ਮਿਲਵਾਵਾਂਗੇ ਰੁਪਿੰਦਰ ਕੌਰ ਹੁਣਾਂ ਦੇ ਨਾਲ, ਜਿਨ੍ਹਾਂ ਨੇ ਕੈਨੇਡਾ ਤੋਂ ਵਾਪਸ ਪਰਤ ਕੇ ਖਰੜ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕੀਤਾ ਔਰ ਅੱਜ ਕੱਲ੍ਹ ਇਹਨਾਂ ਦਾ ਇੱਕ ਸਟਾਲ ਹੈ ਦੇਲੀ ਵਾਹ ਜੀ ਵਾਹ ਤੋਂ, ਜਿੱਥੇ ਕਿ ਹਰ ਤਰ੍ਹਾਂ ਦਾ ਖਾਣਾ, ਉਹ ਚਾਹੇ ਕੰਟੀਨੈਂਟਲ ਹੋਵੇ ਚਾਹੇ ਇੰਡੀਅਨ ਸਨੈਕਸ ਹੋਣ, ਅਤੇ ਸਭ ਤੋਂ ਖਾਸ ਨੇ ਇਹਨਾਂ ਦੀਆਂ ਚਾਂਪਾਂ। ਸੋ ਇੱਥੇ ਆਪਣਾ ਲਗਾਤਾਰ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੇ ਨੇ ਔਰ ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰ ਰਹੇ ਨੇ। ਬਾਕੀ ਦੀਆਂ ਔਰਤਾਂ ਦੇ ਲਈ ਪ੍ਰੇਰਨਾ ਨੇ, ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ 2 ਸਾਲ ਹੋ ਗਏ ਤੁਹਾਨੂੰ ਇਸ ਪਾਸੇ ਆਇਆਂ ਨੂੰ, ਸੋ ਕਿਹੜੀ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਇਸ ਬਿਜ਼ਨਸ ਵੱਲ? ਮੈਮ ਸਭ ਤੋਂ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਜੋ ਕਿ 70 ਸਾਲ ਦੇ ਨੇ, ਇਹ ਨਹੀਂ ਕਿ ਉਹਨਾਂ ਨੂੰ ਕੰਮ ਦੀ ਲੋੜ ਹੈ, ਬਟ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ, ਇਸ ਕਰਕੇ ਉਹਨਾਂ ਨੇ ਆਪਣੀ ਜੌਬ ਕਰਨੀ ਸ਼ੁਰੂ ਕਰੀ। ਅਤੇ ਉਹਨਾਂ ਤੋਂ ਮੈਨੂੰ ਮੋਟੀਵੇਸ਼ਨ ਮਿਲੀ ਕਿ ਅਸੀਂ ਤਾਂ ਯੰਗ ਏਜ 'ਚ ਹੈ, ਸਾਨੂੰ ਕਿਉਂ ਨਹੀਂ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ। ਅਤੇ ਬਾਕੀ ਮੇਰੀ ਫੈਮਿਲੀ ਹੈ ਉਹ ਬਹੁਤ ਸਪੋਰਟਿਵ ਹੈ, ਮੇਰੇ ਇਨ-ਲॉज ਬਹੁਤ ਸਪੋਰਟਿਵ ਨੇ। ਉਹਨਾਂ ਨੇ ਮੈਨੂੰ ਮੋਟੀਵੇਟ ਕਰਿਆ ਕਿ ਤੂੰ ਕੁਛ ਨਾ ਕੁਛ ਕਰ, ਜਿਨ੍ਹਾਂ ਤੇਰੇ ਨਾਲ ਹੈਲਥ ਇਸ਼ੂ ਨਾ ਹੋਵੇ। ਮੈਨੂੰ ਹੈਲਥ ਇਸ਼ੂ ਕਾਫੀ ਰਹਿੰਦੇ ਆ, ਮੈਂ ਬਹੁਤ ਛੇਤੀ ਪੈਨਿਕ ਹੋ ਜਾਂਦੀ ਹਾਂ। ਸੋ ਮੈਂ ਆਪਣਾ ਕੰਮ ਸ਼ੁਰੂ ਕਰਿਆ ਅਤੇ ਇਸ ਬਿਜ਼ਨਸ ਨੂੰ ਮੈਂ ਅੱਗੇ ਵਧਾ ਰਹੀ ਹਾਂ ਕਿ ਕੱਲ੍ਹ ਨੂੰ ਮੈਂ ਹੋਰ ਜ਼ਿਆਦਾ ਕੰਮ ਕਰਾਂ ਔਰ ਕੁੜੀਆਂ ਦੇ ਲਈ ਖਾਸ ਕਰਕੇ ਕਿ ਮੈਂ ਖੜੀ ਹੋਵਾਂ ਕਿ ਹਾਂ ਵੀ ਦੇਖੋ ਮੈਂ ਕੰਮ ਕਰ ਸਕਦੀ। ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਨੀਡ ਹੈ, ਬਟ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੂਵ ਕਰ ਸਕਦੇ ਹੋ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਹਾਨੂੰ ਪਤਾ ਜੌਬਸ ਤਾਂ ਹੈ ਨਹੀਂ ਹੈ, 9 to 5 ਕੋਈ ਜੌਬ ਨਹੀਂ ਕਰਕੇ ਖੁਸ਼, ਇਸ ਕਰਕੇ ਕਿਉਂਕਿ ਉਹਦੇ 'ਚ ਪੇਮੈਂਟ ਤੁਹਾਨੂੰ ਪਤਾ ਕਿੰਨਾ ਕੁ ਤੁਹਾਨੂੰ ਮਿਲੇਗਾ। ਬਟ ਆਪਣੇ ਪੈਰਾਂ 'ਤੇ ਸਟੈਂਡ ਹੋਣਾ, ਦੈਟ ਮਤਲਬ ਕਿ ਆਪਣਾ ਬਿਜ਼ਨਸ ਕਰੋ, ਜੋ ਤੁਹਾਡੇ ਮਨ ਵਿੱਚ ਹੈ ਤੁਸੀਂ ਕਰੋ, ਜ਼ਰੂਰ ਕਰੋ, ਅਗਰ ਫੈਮਿਲੀ ਸਪੋਰਟ ਕਰ ਰਹੀ ਹੈ। ਅੱਛਾ, ਮੋਟੀਵੇਟ ਤਾਂ ਤੁਸੀਂ ਕਿਹਾ ਪਾਪਾ ਨੇ ਕੀਤਾ ਹੈ ਨਾ, ਜਲੰਧਰ ਦੇ ਤੁਸੀਂ ਹੈਗੇ, ਜਲੰਧਰ ਦੀ ਧੀ ਹੋ ਤੁਸੀਂ, ਪਰ ਉਹ ਜਿਹੜਾ ਇੱਕ ਕੀ ਢਾਬਾ ਲਾਉਣਾ ਆ ਜਾਂ ਢਾਬਾ ਖੋਲ੍ਹਣਾ ਆ, ਇਹ ਵਾਲਾ ਜਿਹੜਾ ਸੀਗਾ ਇਹ ਕਿੱਥੋਂ ਆਇਆ? ਇਹ ਐਕਚੁਅਲੀ ਮੈਂ ਕੈਨੇਡਾ ਰੈਸਟੋਰੈਂਟ 'ਤੇ ਜੌਬ ਕਰਦੀ ਸੀ ਅਤੇ ਉੱਥੋਂ ਹੀ ਮੈਨੂੰ ਇਹਦੀ ਮੋਟੀਵੇਸ਼ਨ ਮਿਲੀ ਕਿ ਜੇ ਅਸੀਂ ਵਿਦੇਸ਼ੀ ਕੰਪਨੀਆਂ 'ਚ ਜਾ ਕੇ ਜਾਂ ਵਿਦੇਸ਼ਾਂ 'ਚ ਜਾ ਕੇ ਜੇ ਕੰਮ ਕਰ ਸਕਦੇ ਕਿਉਂ ਨਹੀਂ ਆਪਣੇ ਦੇਸ਼ 'ਚ ਕਰ ਸਕਦੇ। ਫਿਰ ਮੈਂ ਉੱਥੋਂ ਇਹ ਵਾਲਾ ਰੈਸਟੋਰੈਂਟ ਖੋਲ੍ਹਣ ਦਾ ਮੈਨੂੰ ਹੋਇਆ ਕਿ ਮੈਂ ਇੱਥੇ ਆਪਣਾ ਕੰਮ ਕਰੂੰਗੀ, ਮੈਂ ਕਿਸੇ ਦੇ ਅੰਡਰ ਕਰਨ ਨਾਲੋਂ ਚੰਗਾ ਕਿ ਮੈਂ ਆਪਣਾ ਕੰਮ ਕਰਾਂ। ਸੋ ਮੈਂ ਇਹ ਵਾਲਾ ਕੰਮ ਸ਼ੁਰੂ ਕਰਿਆ ਸੀਗਾ ਜੀ। ਮੈਮ ਕੈਨੇਡਾ ਦੇ ਵਿੱਚ ਤੁਸੀਂ ਗਏ ਔਰ ਉੱਥੇ ਕੰਮ ਕਰ ਰਹੇ ਸੀਗੇ, ਪਹਿਲੀ ਗੱਲ ਤਾਂ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ, ਉੱਥੋਂ ਮੁੜਨਾ ਨਹੀਂ ਕੋਈ ਚਾਹੁੰਦਾ, ਅਤੇ ਉੱਥੋਂ ਮੁੜ ਕੇ ਆਪਣਾ ਕੰਮ ਕਰਨ ਦੀ ਹਿੰਮਤ ਕੱਢਣਾ ਹੈ ਨਾ। ਅਤੇ ਮਤਲਬ ਕਈ ਵਾਰ ਲੋਕ ਮਜ਼ਾਕ ਵੀ ਉਡਾ ਦਿੰਦੇ ਕਿ ਹਾਂ ਇਹਦੇ ਤੋਂ ਉੱਥੇ ਨਹੀਂ ਹੋਇਆ ਤਾਂ ਕਰਕੇ, ਤੁਸੀਂ ਕਿਵੇਂ ਸੋਚਿਆ ਔਰ ਕਿਵੇਂ ਇਸ ਪਾਸੇ ਆਏ?
ਦੇਖੋ ਮੈਨੂੰ ਅੱਜ ਤੱਕ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ। ਮੈਨੂੰ ਜਿੰਨੀ ਮੇਰੀ ਫੈਮਿਲੀ ਜਾਂ ਮੇਰੇ ਫਰੈਂਡ ਸਰਕਲ 'ਚ ਉਹ ਇੰਨੇ ਕੁ ਖੁਸ਼ ਹੋ ਰਹੇ ਨੇ ਮੈਨੂੰ ਇਹਨਾਂ ਚੀਜ਼ਾਂ 'ਚ ਦੇਖ ਕੇ। ਅੱਜ ਅੱਜ ਕਈ ਲੋਕਾਂ ਦੇ ਸਾਹਮਣੇ ਮੈਂ ਵਾਇਰਲ ਹੋਈ ਹਾਂ। ਉਹਨਾਂ ਨੇ ਇੱਕ ਇੱਕ ਬੰਦੇ ਦਾ ਫੋਨ ਆਇਆ, ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਰੁਪਿੰਦਰ ਤੂੰ ਮਤਲਬ ਕੋਈ ਕੰਮ ਨਾ ਕਰਨ ਵਾਲੀ ਕੁੜੀ ਹੋ ਕੇ ਤੂੰ ਕਿੱਥੇ ਖੜੀ ਹੈ ਔਰ ਕੰਮ ਕਰ ਰਹੀ ਹੈ। ਉਹਨਾਂ ਲਈ ਵੀ ਮੈਂ ਮੋਟੀਵੇਸ਼ਨ ਲਈ ਮਤਲਬ ਇੱਕ ਬਣੀ ਆ ਆਈਡਲ ਕਿ ਹਾਂ ਬਈ ਤੂੰ ਰਿਮੀ ਕਰ ਰਹੀ ਹੈ ਤੇ ਅਸੀਂ ਵੀ ਕਰ ਸਕਦੇ ਹਾਂ। ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਇੱਕ ਬੰਦੇ ਦਾ ਮੈਨੂੰ ਫੋਨ ਆਇਆ। ਮੈਂ ਜਿੱਥੇ ਬੀਐਡ ਕਰਦੀ ਸੀ, ਜਿੱਥੇ ਮੈਂ ਐਮਏ ਕੀਤੀ ਆ, ਉਹਨਾਂ ਸਟੂਡੈਂਟਸ ਦੇ ਫੋਨ ਆ ਰਹੇ ਹੈ। ਉਹ ਇੰਨਾ ਐਪਰੀਸ਼ੀਏਟ ਕਰ ਰਹੇ ਹੈ ਔਰ ਮੈਨੂੰ ਖੁਸ਼ੀ ਹੋ ਰਹੀ ਹੈ, ਉਲਟਾ ਬਹੁਤ ਖੁਸ਼ੀ ਹੋ ਰਹੀ ਹੈ। ਅੱਛਾ ਮੈਮ, ਤੁਸੀਂ ਪੰਜਾਬ ਦੇ ਵਿੱਚ ਆ ਕੇ ਬਿਜ਼ਨਸ ਕਰ ਰਹੀਆਂ, ਦਿੱਲੀ ਵਾਜੀ ਵਾਹ, ਦਿੱਲੀ ਨੂੰ ਬ੍ਰਾਂਡ ਇਸ ਕਰਕੇ ਵੀ ਦਿੱਲੀ ਤੁਹਾਡਾ ਸਹੁਰਾ ਘਰ ਹੈ। ਹਾਂਜੀ, ਦਿੱਲੀ ਤੋਂ ਮਤਲਬ ਇਹ ਗੱਲ ਹੋ ਜਾਂਦੀ ਕਿ ਮੇਰਾ ਜਿਹੜਾ ਸਹੁਰਾ ਪਰਿਵਾਰ ਵਾਲਾ ਘਰ ਹੁੰਦਾ ਨਾ, ਕੁੜੀਆਂ ਦਾ ਅਸਲੀ ਉਹੀ ਹੈ, ਰਾਈਟ। ਮੈਨੂੰ ਆਪਣੇ ਸਹੁਰੇ ਪਰਿਵਾਰ ਨਾਲ ਬਹੁਤ ਪਿਆਰ ਹੈ ਤੇ ਮੈਂ ਕਿਤੇ ਨਾ ਕਿਤੇ ਨਹੀਂ ਕਹਿ ਸਕਦੀ, ਹਰ ਜਗ੍ਹਾ 'ਤੇ ਉਹਨਾਂ ਨੂੰ ਅੱਗੇ ਰੱਖਦੀ ਹਾਂ ਕਿਉਂਕਿ ਉਹ ਮੈਨੂੰ ਹਰ ਜਗ੍ਹਾ ਦੇ ਉੱਤੇ ਮਤਲਬ ਅੱਗੇ ਰੱਖਦੇ ਨੇ। ਮੇਰੀ ਫੈਮਿਲੀ ਬਹੁਤ ਅੱਛੀ ਹੈ, ਇਸ ਕਰਕੇ ਮੈਨੂੰ ਹੋਇਆ ਕਿ ਮੈਂ ਦਿੱਲੀ, ਜਿੱਦਾਂ ਲੋਕ ਕਹਿੰਦੇ ਨੇ ਦਿੱਲੀ ਮੈਟਰੋਪੋਲੀਟਨ ਸਿਟੀ ਹੈ, ਤੇ ਦਿੱਲੀ ਨੂੰ ਹੀ ਆਪਾਂ ਕਿਉਂ ਨਾ ਦਿੱਲੀ ਵਰਡ ਕਰਕੇ ਨਾਲ ਵਾਹ ਜੀ ਵਾਹ। ਉੱਥੇ ਦਾ ਫੂਡ ਤਾਂ ਵੈਸੇ ਹੀ ਬਹੁਤ ਵਧੀਆ ਹੁੰਦਾ ਨੇ, ਤੇ ਇਸ ਕਰਕੇ ਮੈਂ ਇਹ ਨਾਂ ਰੱਖਣਾ ਅੱਛਾ ਸਮਝਿਆ। ਸੋ ਫੂਡ ਨੂੰ ਲੈ ਕੇ ਕਿਹੜੀ ਦਿੱਲੀ ਵਾਲੀ ਕੁਆਲਿਟੀ ਜਾਂ ਕਿਹੜਾ ਕੁਕਿੰਗ ਸਟੈਂਡਰਡ ਦਿੱਲੀ ਵਾਲਾ ਮੇਨਟੇਨ ਰੱਖਿਆ ਹੋਇਆ ਤੁਸੀਂ? ਮੈਂ ਉੱਥੇ ਦੀ ਮੇਨ ਜਿਹੜਾ ਜਿੱਦਾਂ ਮੈਂ ਹੈਗੀ ਹਾਂ ਪਿਓਰ ਵੈਜੀਟੇਰੀਅਨ, ਰਾਈਟ। ਮੈਂ ਉੱਥੇ ਦੀ ਜਿੱਦਾਂ ਮੇਰੇ ਬੱਚਾ ਹੈ, ਮੇਰਾ ਹਸਬੈਂਡ ਨੇ, ਉਹਨਾਂ ਨੂੰ ਵੈਜ ਖਾਣ ਦਾ ਬਹੁਤ ਸ਼ੌਂਕ ਹੈ, ਆਪਣਾ ਵੈਜ ਚਾਪ ਵਗੈਰਾ ਹੋ ਗਈ। ਫਿਰ ਮੈਂ ਇਹੀ ਚੀਜ਼ ਨੂੰ ਅੱਗੇ ਲਿਆਂਦਾ ਕਿ ਜੇ ਮੇਰੇ ਬੱਚੇ ਨੂੰ ਇੱਥੋਂ ਉਹਨਾਂ ਨੂੰ ਨਹੀਂ ਕਿਤੇ ਉਹ ਵੀ ਪਸੰਦ ਆ ਰਿਹਾ ਸੀ, ਜੇ ਉਹਨਾਂ ਨੂੰ ਉਹ ਚੀਜ਼ਾਂ ਪਸੰਦ ਆਉਂਦੀਆਂ ਨੇ ਕਿਉਂ ਨਾ ਮੈਨੂੰ ਉਹੀ ਕੁੱਕ ਕਰਿਆ ਜਾਵੇ। ਮੈਂ ਉਹਨਾਂ ਚੀਜ਼ਾਂ ਨੂੰ ਹੀ ਬਣਾਉਣਾ ਸ਼ੁਰੂ ਕਰਿਆ ਤੇ ਮੈਂ ਉਹਨਾਂ ਚੀਜ਼ਾਂ ਦੇ ਵਿੱਚ ਪਰਫੈਕਟ ਹੁੰਦੀ ਗਈ, ਹੌਲੀ 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 ਕਰਕੇ। ਬਹੁਤ ਅੱਛੀ ਮੈਨੂੰ ਇਹਦਾ ਰਿਸਪੌਂਸ ਮਿਲ ਰਿਹਾ ਹੈ। ਮਤਲਬ ਹਜੇ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੈ, ਤੁਹਾਡੇ ਜ਼ਰੀਏ ਆ ਰਹੇ ਨੇ ਲੋਕ ਕਿ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇੱਥੇ ਇਹ ਚੀਜ਼ ਖੁੱਲੀ ਹੋਈ ਹੈ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਕੁਕਿੰਗ ਸਕਿੱਲਸ ਕਿੱਥੋਂ ਦੀਆਂ ਆ ਰਹੀਆਂ ਨੇ? ਕਿਉਂਕਿ ਜਿਵੇਂ ਆਪਾਂ ਨੂੰ ਘਰ 'ਚ ਮਾਵਾਂ ਜਦੋਂ ਅਸੀਂ ਹੁੰਨੇ ਆ ਕਿ ਸਹੁਰੇ ਜਾਣਾ ਹੈ ਤੇ ਸਿੱਖ ਲੈ, ਜਾਂ ਸਹੁਰੇ ਜਾ ਕੇ ਤੈਨੂੰ ਆਹ ਚੀਜ਼ ਨਹੀਂ ਆਉਂਦੀ ਸੀ ਹੁਣ ਤੂੰ ਆਹ ਸਾਡੇ ਵਾਲੀ ਸਿੱਖ ਲੈ, ਜਾਂ ਕੈਨੇਡਾ ਜਾ ਕੇ ਜਦੋਂ ਤੁਸੀਂ ਐਜ਼ ਅ ਸ਼ੈਫ ਕੰਮ ਕਰ ਰਹੇ ਸੀ, ਸੋ ਕਿਹੜੀਆਂ ਕੁਕਿੰਗ ਸਕਿੱਲਸ ਜ਼ਿਆਦਾ ਕੰਮ ਆ ਰਹੀਆਂ? ਮੇਰੇ ਮਦਰ ਇਨ ਲਾਅ ਦੀਆਂ ਹਾਂਜੀ, ਉਹਨਾਂ ਦਾ ਸਮਝ ਲਓ ਜੋ ਉਹਨਾਂ ਨੇ ਮੈਨੂੰ ਸਿਖਾਇਆ ਮੈਂ ਉਹ ਸਿੱਖਿਆ। ਮਤਲਬ ਮੈਨੂੰ ਹੁਣ ਕਈ ਮੇਰੀ ਦੇਵਰਾਨੀ ਵਗੈਰਾ ਨੇ ਉਹ ਕਹਿੰਦੇ ਤੂੰ ਸੇਮ ਜਿਹੜਾ ਕੰਮ ਕਰਦੀ ਨਾ ਆਪਣੀ ਮਤਲਬ ਮਦਰ ਇਨ ਲਾਅ ਵਾਂਗੂ ਕਰਦੀ ਹੈ। ਮੈਂ ਉਹਨਾਂ ਤੋਂ ਇਹ ਕੁਕਿੰਗ ਵਾਲਾ ਤਾਂ ਉਹਨਾਂ ਕੋਲ ਸਿੱਖਿਆ ਕਿਉਂਕਿ ਦਿੱਲੀ ਦੇ ਲੋਕ ਹਰ ਫੂਡ ਮੋਸਟਲੀ ਘਰ ਬਣਾਉਂਦੇ ਨੇ। ਬਹੁਤ ਲੇਡੀਜ਼ ਨੇ ਜੋ ਕਿੱਟੀ ਪਾਰਟੀਜ਼ 'ਤੇ ਜਾਣਾ ਸਭ ਕੁਛ ਹੈ, ਉਹ ਘਰੇ ਫੂਡ ਕੁੱਕ ਕਰਦੀਆਂ ਨੇ। ਅਤੇ ਮੇਰੀ ਮਦਰ ਇਨ ਲਾਅ ਦੀਆਂ ਵੀ ਹੁੰਦੀਆਂ ਸੀ ਕਿੱਟੀਆਂ, ਉੱਥੇ ਮੈਂ ਉਹਨਾਂ ਨੂੰ ਦੇਖਦੀ ਸੀ ਇੰਨੇ ਇੰਨੇ ਲੋਕਾਂ ਦਾ ਖਾਣਾ ਬਣਾ ਰਹੇ ਨੇ ਕਿੱਟੀ ਪਾਰਟੀ ਲਈ। ਅਤੇ ਫਿਰ ਮੈਂ ਖੁਦ ਵੀ ਮੈਂ ਉਹਨਾਂ ਨੂੰ ਦੇਖ ਦੇਖ ਕੇ ਮੈਂ ਇਹ ਸਿੱਖ ਲਿਆ ਕਿ ਮੈਨੂੰ ਵੀ ਇਹ ਕੰਮ ਕਰਨਾ ਚਾਹੀਦਾ। ਉਸ ਤੋਂ ਪਹਿਲਾਂ ਮੈਂ ਕਦੀ ਕੁਕਿੰਗ ਨਹੀਂ ਕੀਤੀ, ਬਿਲਕੁਲ ਕੁਕਿੰਗ ਨਹੀਂ ਕੀਤੀ ਹੋਈ। ਪਰ ਇੱਧਰ ਜੇ ਇਹਨਾਂ ਦੇ ਮੈਨਿਊ ਦੇ ਉੱਤੇ ਅਸੀਂ ਨਜ਼ਰ ਮਾਰੀਏ, ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੇ ਰੈਸਟੋਰੈਂਟ ਜਿਹੜਾ ਆਪਾਂ ਬਹੁਤ ਸਾਰੇ ਪੈਸੇ ਲਾ ਕੇ ਜਿੱਥੇ ਅਸੀਂ ਖਾਣ ਦੇ ਲਈ ਜਾਂਦੇ ਹਾਂ, ਉਹ ਤੋਂ ਵੀ ਵੱਡਾ ਇਹਨਾਂ ਨੇ ਮੈਨਿਊ ਰੱਖਿਆ ਹੋਇਆ। ਔਰ ਕੋਈ ਫੂਡ ਆਈਟਮ ਨਹੀਂ ਹੈ ਜਿਹੜੀ ਛੱਡੀ, ਦਾਲ ਮੱਖਣੀ ਤੱਕ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਸੂਪ ਔਰ ਹਰ ਇੱਕ ਚੀਜ਼ ਤੁਸੀਂ ਰੱਖੀ ਹੋਈ ਹੈ। ਕਿੱਦਾਂ ਇੰਨਾ ਕੁਛ ਬੈਲੈਂਸ ਮੈਨੇਜ ਕਰਦੇ? ਮੈਮ ਦੇਖੋ, ਔਰਤ ਕੁਛ ਵੀ ਚਾਹੇ ਤਾਂ ਕਰ ਸਕਦੀ ਹੈ। ਮੇਰੇ ਤਾਂ ਮਨ ਦੇ ਵਿੱਚ ਹਮੇਸ਼ਾ ਇਹੀ ਖਿਆਲ ਆਉਂਦਾ ਹੈ ਕਿ ਔਰਤ ਚਾਹੇ ਜੇ ਚੰਨ ਤਾਰਿਆਂ 'ਤੇ ਪਹੁੰਚ ਗਈ ਹੈ ਤੇ ਕੀ ਗੱਲ ਅਸੀਂ ਕੁਕਿੰਗ ਨਹੀਂ ਕਰ ਸਕਦੇ, ਜੋ ਕਿ ਸਾਡਾ ਮੇਨ ਹੈ। ਲੇਡੀਜ਼ ਦਾ ਇਹ ਹੁੰਦਾ ਕਿ ਕੁਕਿੰਗ, ਜਿਹੜੀ ਲੇਡੀ ਨੂੰ ਕੁਕਿੰਗ ਆਉਂਦੀ ਉਹ ਸਭ ਕੁਝ ਜਾਣਦੀ ਹੈ, ਘਰ ਨੂੰ ਸੰਭਾਲਣਾ ਜਾਣਦੀ ਹੈ। ਅਤੇ ਮੈਂ ਮਤਲਬ ਕਰ ਲੈਂਦੀ ਹਾਂ। ਹੁਣ ਮੈਂ ਕਈ ਵਾਰੀ ਨਹੀਂ ਮੈਂ ਇੰਨਾ ਮੈਨਿਊ ਰੱਖ ਲਿਆ, ਨਹੀਂ ਮੈਨੂੰ ਇੱਦਾਂ ਦੀ ਚੀਜ਼ ਨਹੀਂ ਮਹਿਸੂਸ ਹੋਈ। ਅਜੇ ਹੋਰ ਵੀ ਐਡੀਸ਼ਨਸ ਕਰੋਗੇ ਮੈਨੂੰ ਲੱਗਦਾ? ਬਿਲਕੁਲ ਬਿਲਕੁਲ ਡੈਫੀਨੇਟਲੀ ਕਰਾਂਗੇ। ਹਾਂਜੀ। ਅੱਛਾ ਮੈਮ, ਲਾਈਕ ਕਦੀ ਤੁਹਾਨੂੰ ਆਪ ਨੂੰ ਨਹੀਂ ਆਇਆ ਕਿ ਮੈਂ ਕੈਨੇਡਾ ਸੀਗੀ ਔਰ ਮੈਂ ਬੜੇ ਸਟੈਂਡਰਡ ਦੀ ਥਾਂ ਦੇ ਉੱਤੇ, ਚਾਹੇ ਜੋਬ ਹੀ ਸੀਗੀ, ਮੈਂ ਜੋਬ 'ਤੇ ਸੀਗੀ ਹੈ ਨਾ, ਹੁਣ ਮੈਂ ਖਰੜ ਦੇ ਵਿੱਚ ਬਹੁਤ ਵੱਡਾ ਕਸਬਾ ਨਹੀਂ ਹੈ ਹੈ ਨਾ, ਔਰ ਬੜੇ ਸਾਦੇ ਜਿਹੇ ਮਾਹੌਲ ਦੇ ਵਿੱਚ ਮੈਂ ਅੱਜ ਕੰਮ ਕਰ ਰਹੀ ਹੈਗੀ ਹਾਂ। ਕਦੀ ਆਪਣੇ ਇਸ ਕੰਪੈਰੀਜ਼ਨ 'ਚ ਪਏ ਹੋਵੋ? ਨਹੀਂ ਮੈਮ, ਮੈਂ ਬਿਲਕੁਲ ਵੀ ਨਹੀਂ ਪਈ। ਕਿਉਂਕਿ ਮੈਂ ਇਹ ਸੋਚਦੀ ਜੇ ਅਸੀਂ ਕਿਸੇ ਦੇ ਅੰਡਰ ਕੰਮ ਕਰ ਸਕਦੇ, ਇਹ ਤਾਂ ਮੇਰਾ ਰੈਸਟੋਰੈਂਟ ਹੈ, ਮੈਂ ਕਿਉਂ ਨਹੀਂ ਕਰ ਸਕਦੀ ਕੰਮ? ਮੇਰੀ ਜਗ੍ਹਾ ਹੈ, ਮੈਂ ਇੱਥੇ ਓਨਰ ਵੀ ਹਾਂ। ਮੈਂ ਤੁਸੀਂ ਬਿਲੀਵ ਕਰੋਗੇ, ਮੈਂ ਜਿੱਦਾਂ ਸ਼ੈਫ ਦਾ ਹੈਲਪਰ ਹੁੰਦੇ ਉਹ ਨਹੀਂ ਕਈ ਵਾਰੀ ਹੁੰਦੇ, ਕਈ ਵਾਰੀ 2 ਸਾਲਾਂ ਦੇ ਵਿੱਚ ਉਹਨਾਂ ਨੇ ਮੈਨੂੰ 50 ਵਾਰੀ ਮਤਲਬ ਚਲੇ ਗਏ ਹੈ, ਆ ਗਏ ਹੈ। ਮੈਂ ਟੇਬਲ ਤੋਂ ਆਪਣੇ ਬਰਤਨ ਤੱਕ ਚੱਕੇ ਹੈ, ਉਹਨੂੰ ਵਾਸ਼ ਕੀਤਾ। ਜੇ ਅਸੀਂ ਮੈਂ ਬਾਹਰ ਉੱਥੇ ਕੋਈ ਇੰਨੇ ਨਹੀਂ ਹੁੰਦੇ, ਅਸੀਂ ਲੋਕਾਂ ਨੇ ਹੀ ਕੰਮ ਕਰਨਾ, ਅਤੇ ਜੇ ਅਸੀਂ ਉੱਥੇ ਕਰ ਸਕਦੇ ਤਾਂ ਇੱਥੇ ਕਿਉਂ ਨਹੀਂ ਕਰ ਸਕਦੇ?
ਤਾਂ ਹੀ ਮੈਂ ਇੱਥੇ ਇਹ ਕਰਨਾ ਸ਼ੁਰੂ ਕਰਿਆ। ਤੇ ਮੈਨੂੰ ਕੋਈ ਇਸ ਚੀਜ਼ ਦੀ ਕਦੇ ਵੀ ਨਹੀਂ ਫੀਲਿੰਗ ਆਈ ਕਿ ਮੈਂ ਕਿੱਦਾਂ ਦੀ ਜਗ੍ਹਾ ਤੇ ਆ। ਮੈਂ ਬੈਸਟ ਜਗ੍ਹਾ ਤੇ ਆ, ਮੈਂ ਜਿੱਥੇ ਹਾਂ ਬਹੁਤ ਬੈਸਟ ਹਾਂ। ਇੱਕ ਫੀਮੇਲ ਹੋਣ ਦੇ ਨਾਤੇ ਕਦੀ ਇਹਨੂੰ ਸ਼ੁਰੂਆਤ ਕਰਨ ਦੇ ਵਿੱਚ ਜਾਂ ਕਦੇ ਕੋਈ ਦਿੱਕਤਾਂ ਆਈਆਂ? ਹਾਂਜੀ, ਸਟਾਰਟਿੰਗ 'ਚ ਆਈਆਂ ਸੀਗੀਆਂ, ਜਿਸ ਤਰ੍ਹਾਂ ਰਾਤ ਨੂੰ ਮੇਰਾ 12 ਵਜੇ ਤੱਕ ਖੁੱਲ੍ਹਾ ਹੁੰਦਾ ਸੀ ਰੈਸਟੋਰੈਂਟ, ਬਾਹਰ ਫੂਡ ਲੈ ਜਾਣਾ ਤੇ ਲੋਕੀ ਪੈਸੇ ਲੈ ਕੇ ਚਲੇ ਜਾਂਦੇ ਸੀ ਇੰਨੀਆਂ ਵੱਡੀਆਂ ਗੱਡੀਆਂ ਦੇ ਵਿੱਚ ਆ ਕੇ। ਤੇ ਬਾਅਦ ਵਿੱਚ ਮੇਰਾ ਕਦੀ ਮਤਲਬ ਬਹੁਤ ਵੱਡੀ ਅਮਾਉਂਟ ਵੀ ਲੈ ਕੇ ਚਲੇ ਜਾਂਦੇ ਰਹੇ ਆ। ਹੁੰਦਾ ਸੀ ਫੀਲ ਵੀ ਬੰਦਿਆਂ ਦੇ ਵਿੱਚ ਇੰਨੀ ਸੋਚ ਵੀ ਹੈ ਨਹੀਂ ਗੀ ਕਿ ਇੱਕ ਲੇਡੀ ਬੈਠੀ ਹੋਈ ਹੈ, ਉਹ ਕਾਹਦੇ ਲਈ ਇੰਨੀ ਦੇਰ ਤੇ ਬੈਠੀ ਹੋਈ ਹੈ। ਤੁਸੀਂ ਉਹਨੂੰ ਪੇ ਕਰਕੇ ਜਾਓ ਜੇ ਇੰਨਾ ਫੂਡ ਲੈ ਕੇ ਜਾ ਰਹੇ ਹੋ। ਮੈਂ ਹੁਣ ਪਿੱਛੇ ਤਾਂ ਭੱਜ ਨਹੀਂ ਸਕਦੀ ਕਿਸੇ ਦੇ, ਰਾਈਟ। ਫਿਰ ਸੋਚ ਕੇ ਚਲੋ ਕੋਈ ਗੱਲ ਨਹੀਂ, ਹੁਣ ਥੋੜ੍ਹੇ ਆਪਾਂ ਚੇਂਜਸ ਲਿਆਉਣੇ ਸ਼ੁਰੂ ਕਰੇ ਆ ਕਿ ਇੱਦਾਂ ਨਹੀਂ, ਇੱਦਾਂ ਕਰੀਏ, ਪਹਿਲਾਂ ਪੇਮੈਂਟ ਲਈਏ। ਬਟ ਕਈਆਂ ਲਈ ਚੰਗਾ, ਕਈਆਂ ਲਈ ਮਾੜਾ, ਠੀਕ ਹੈ ਨਾ। ਕਿਉਂਕਿ ਮੈਂ ਇਹ ਪਿੱਛੇ ਨਹੀਂ ਭੱਜ ਸਕਦੀ ਕਿ ਬਈ ਮੇਰੇ ਪੈਸੇ ਦਿਓ। ਬੜੀ ਵਾਰੀ ਮੇਰੇ ਨਾਲ ਹੋਏ, ਸ਼ਾਇਦ ਹੁਣ ਉਹ ਦੇਖ ਵੀ ਰਹੇ ਹੋਣਗੇ। ਹਾਂਜੀ। ਹਸਬੈਂਡ ਦੀ ਸਪੋਰਟ ਕਿਵੇਂ ਰਹੀ? ਜਿਵੇਂ ਤੁਸੀਂ ਕਿਹਾ ਕਈ ਵਾਰ ਲੋਕ ਪੈਸੇ ਲੈ ਕੇ ਚਲੇ ਜਾਂਦੇ, ਇਦਾਂ ਦੀਆਂ ਗੱਲਾਂ ਜਦੋਂ ਅਸੀਂ ਘਰ ਦੱਸਦੇ ਹਾਂ ਤਾਂ ਫੈਮਿਲੀ ਨੂੰ ਵੀ ਹੁੰਦਾ ਕਿ ਕਿਹੜੇ ਸਟ੍ਰੈਸ 'ਚ ਪੈ ਰਹੀਆਂ, ਆਲਰੇਡੀ ਹੈਲਥ ਇਸ਼ੂਜ਼ 'ਚੋਂ ਲੰਘ ਰਹੀ ਹੈਗੀਆਂ ਤੇ ਛੱਡ ਜਾਂ ਆਰਾਮ ਕਰ। ਉਹ ਤਾਂ ਇਹੀ ਕਹਿੰਦੇ ਜੋ ਕਰਮਾਂ ਦਾ ਸੀ ਆ ਗਿਆ, ਜੇ ਨਹੀਂ ਹੈ ਕਰਮਾਂ ਦਾ ਤਾਂ ਗਿਆ। ਇਸ ਕਰਕੇ ਇੰਨਾ ਕਦੀ ਫੀਲ ਹੀ ਨਹੀਂ ਕਰਿਆ। ਬਾਕੀ ਇਹ ਆ ਕਿ ਹਰੇਕ ਦੀ ਆਪਣੀ ਆਪਣੀ ਸੋਚ ਹੈ। ਜੇ ਉਹ ਬੰਦੇ ਨਹੀਂ ਸੋਚ ਰਹੇ, ਹੁਣ ਮੈਂ ਕੀ ਸੋਚ ਸਕਦੀ ਹਾਂ ਇਹਦੇ 'ਚ, ਜਿਹੜੀ ਮੇਰੀ ਚੀਜ਼ ਹੀ ਲੈ ਕੇ ਚਲੇ ਗਏ। ਹਸਬੈਂਡ ਦਾ ਸਪੋਰਟ ਕਿਵੇਂ ਰਿਹਾ ਪੂਰੀ 2 ਸਾਲ ਦੀ ਜਰਨੀ ਦੇ? ਨਹੀਂ, ਬਹੁਤ ਅੱਛਾ ਸਪੋਰਟ ਰਿਹਾ। ਉਹ ਹਰ ਟਾਈਮ ਹਰ ਜਗ੍ਹਾ ਮੇਰੇ ਨਾਲ ਸਟੈਂਡ ਰਹੇ ਆ। ਬਹੁਤ ਹੀ ਨਾਈਸ ਨੇਚਰ ਦੇ ਨੇ। ਉਹਨਾਂ ਨੂੰ ਮਤਲਬ ਮੈਂ ਕਦੀ ਇੱਦਾਂ ਸੋਚਿਆ ਨਹੀਂ ਸੀ ਕਿ ਮੈਨੂੰ ਇੱਦਾਂ ਖੜੇ ਵੀ ਹੋਣ ਦੇ ਸਕਦੇ ਆ, ਬਟ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਕਰੀ ਹੈ ਕਿ ਮੈਂ ਇੱਥੇ ਖੜੀ ਹਾਂ ਅੱਜ। ਹਾਂਜੀ। ਆਪਣੇ ਆਪ 'ਚ ਤੁਹਾਡੇ 'ਚ ਕੀ ਬਦਲਾਅ ਆਇਆ ਜਦੋਂ ਤੁਸੀਂ ਹੁਣ ਇੱਥੇ ਸਾਰਾ ਕੁਝ ਆਪ ਮੈਨੇਜ ਕਰ ਰਹੇ ਆ? ਹੈ ਨਾ, ਕੌਨਫੀਡੈਂਸ ਤਾਂ ਵੱਧਦਾ ਹੀ ਹੈ, ਪਰ ਹੋਰ ਤੁਹਾਡੇ 'ਚ ਕੀ ਚੇਂਜਸ ਆਏ? ਤੁਸੀਂ ਜਿਵੇਂ ਦੱਸਿਆ ਕਿ ਪਹਿਲਾਂ ਹੈਲਥ ਇਸ਼ੂਜ਼ ਦੇ ਚੱਲਦੇ ਕਿਤੇ ਨਾ ਕਿਤੇ ਇੱਕ ਟੈਨਸ਼ਨ ਵੀ ਰਹਿਣ ਲੱਗ ਗਈ ਸੀ, ਥੋੜ੍ਹਾ ਮਾਈਂਡ ਵੀ ਅਪਸੈਟ ਰਹਿਣ ਲੱਗ ਗਿਆ ਸੀ, ਪਰ ਇਸ ਚੀਜ਼ ਨੇ ਤੁਹਾਨੂੰ ਕਿਵੇਂ ਹੈਲਪ ਕੀਤੀ? ਮੇਰਾ ਮਾਈਂਡ ਹੀ ਮਤਲਬ ਬਿਲਕੁਲ ਡਿਸਟਰੈਕਟ ਹੋ ਗਿਆ। ਜੋ ਐਵੇਂ ਛੋਟੀਆਂ ਚੀਜ਼ਾਂ ਤੋਂ ਪੈਨਿਕ ਹੋਣਾ, ਉਹਨਾਂ ਚੀਜ਼ਾਂ ਤੋਂ ਮੈਂ ਹਟ ਕੇ ਮੈਂ ਆਪਣੇ ਕੰਮ ਵੱਲ ਜਦੋਂ ਜ਼ਿਆਦਾ ਸੋਚਣ ਲੱਗ ਪਈ, ਫਿਰ ਮੈਨੂੰ ਸਿਰਫ ਆਪਣਾ ਕੰਮ ਹੈ। ਮੈਂ ਦਿਨ ਰਾਤ ਹੁਣ ਇਹੀ ਸੋਚਦੀ ਕਿ ਮੈਨੂੰ ਬਿਜ਼ਨਸ ਨੂੰ ਕਿਵੇਂ ਇੱਦਾਂ ਆਪਣਾ ਐਸਟੈਬਲਿਸ਼ ਕਰਨਾ ਚਾਹੀਦਾ ਹੈ, ਕਿਵੇਂ ਇਸ ਚੀਜ਼ ਨੂੰ ਮੈਨੂੰ ਅੱਗੇ ਵਧਾਉਣਾ ਚਾਹੀਦਾ ਹੈ, ਕੀ ਮੈਂ ਕਰਾਂ ਅਤੇ ਕਿਸ ਤਰ੍ਹਾਂ ਦੀਆਂ ਮੈਨੂੰ ਇਹਦੇ 'ਤੇ ਦਿੱਕਤਾਂ ਆ ਰਹੀਆਂ, ਉਹਨਾਂ ਨੂੰ ਮੈਂ ਕੰਟਰੋਲ 'ਚ ਕਰਾਂ। ਅਤੇ ਉਹ ਚੀਜ਼ਾਂ ਵੱਲ ਧਿਆਨ ਕਰਦੇ ਹੋਏ ਮੈਂ ਆਪਣੇ ਆਪ ਨੂੰ ਡੇਲੀ ਕੁਛ ਨਵਾਂ ਸਿੱਖ ਰਹੀ ਹਾਂ ਅਤੇ ਨਵਾਂ ਕਰ ਰਹੀ ਹਾਂ। ਹਾਂਜੀ। ਔਰਤਾਂ ਦੇ ਫੂਡ ਬਿਜ਼ਨਸ ਵਿੱਚ ਆਉਣ ਨਾਲ ਤੁਹਾਨੂੰ ਕੀ ਲੱਗਦਾ, ਕੀ ਬਦਲਾਅ ਆਏਗਾ? ਮੇਰੇ ਖਿਆਲ 'ਚ ਔਰਤਾਂ ਦਾ ਰਾਜ ਆਉਣਾ ਬਹੁਤ ਜ਼ਰੂਰੀ ਹੈ। ਔਰਤਾਂ ਦੇ ਅੰਦਰ ਮੈਂ ਕਹਿੰਦੀ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੰਨੀ ਕੁ ਮਤਲਬ ਲੋਕਾਂ ਦੇ ਅੰਦਰ ਕੈਪੇਬਿਲਿਟੀ ਹੈਗੀ ਹੈ ਕਿ ਉਹ ਚੀਜ਼ਾਂ ਤੁਸੀਂ ਬਾਹਰ ਜਾ ਕੇ ਜਿਹੜੀਆਂ ਵੇਸਟ ਕਰਦੇ ਪਏ, ਉਹਨੂੰ ਇੱਥੇ ਕਰੋ, ਇਹਨੂੰ ਇੱਥੇ ਯੂਜ਼ 'ਚ ਲਿਆਓ ਔਰ ਕੰਮ ਕਰੋ। ਮੈਂ ਹੁਣ ਵੀ ਕਹਾਂਗੀ ਕਿ ਜੇ ਕਿਸੇ ਲੇਡੀ ਨੇ ਕੰਮ ਕਰਨਾ, ਉਹ ਮੇਰੇ ਕੋਲ ਆਵੇ। ਜੇ ਉਹਨੂੰ ਕੋਈ ਤੰਦੂਰ ਲਾਉਣਾ ਆਉਂਦਾ, ਕੁਝ ਵੀ ਆਉਂਦਾ, ਮੈਂ ਉਹਨੂੰ ਕੰਮ ਦੇਵਾਂਗੀ। ਅੱਗੋਂ ਕੰਮ ਨੂੰ ਵਧਾਓ, ਜੋ ਵੀ ਹੈ ਆਪਣੇ ਪੈਰਾਂ 'ਤੇ ਖੜੇ ਹੋਵੋ। ਅੱਛਾ, ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਬਹੁਤ ਘੱਟ ਉਮਰ 'ਚ ਹਿੰਮਤ ਹਾਰ ਜਾਂਦੀਆਂ, ਉਹਨੂੰ ਲੱਗਦਾ ਪੜ੍ਹਾਈ ਕਰ ਲਈ ਤੇ ਬਹੁਤ ਕੁਝ ਕਰ ਲਿਆ, ਜਾਂ ਇੱਕ ਜੌਬ ਕਰ ਲਈ, ਬੱਚੇ ਪੈਦਾ ਕਰਤੇ, ਬਹੁਤ ਕੁਝ ਕਰ ਲਿਆ, ਉਹਨਾਂ ਨੂੰ ਕੀ ਕਹਿਣਾ ਚਾਹੋ? ਮੈਂ ਕਹਾਂਗੀ ਜੇ ਬਾਈ ਚਾਂਸ ਤੇ ਤੁਹਾਡੇ ਜੌਬ ਦਾ ਸੀਗਾ, ਜੌਬ ਨਹੀਂ ਮਿਲੀ ਜਾਂ ਤੁਹਾਡੇ ਵਿੱਚ ਕੁਝ ਹੋਰ ਕਰਨ ਦੀ ਹੈਗੀ ਹੈ, ਤਾਂ ਫਿਰ ਤੁਸੀਂ ਉਸ ਕੰਮ ਨੂੰ ਕਰੋ। ਇਹ ਨਹੀਂ ਜ਼ਰੂਰੀ ਕਿ ਮੈਂ ਹੁਣ ਸਟੱਡੀ ਕਰ ਲਈ ਹੈ ਅਤੇ ਮੈਨੂੰ ਘਰੇ ਬਹਿ ਜਾਣਾ ਚਾਹੀਦਾ ਜਾਂ ਮੈਨੂੰ ਸਿਰਫ ਬੱਚਿਆਂ ਨੂੰ ਦੇਖਣਾ ਚਾਹੀਦਾ। ਹਾਂ, ਇਹ ਚੀਜ਼ ਵੀ ਬਹੁਤ ਜ਼ਰੂਰੀ ਹੈ। ਮੈਂ ਆਪਣੇ ਬੱਚੇ ਨੂੰ, ਮੇਰਾ 10th 'ਚ ਬੱਚਾ ਪੜ੍ਹਦਾ ਹੈ, ਮੈਂ ਉਹਨੂੰ ਵੀ ਦੇਖਦੀ ਹਾਂ। ਮੈਂ ਕੁਕਿੰਗ ਕਰਕੇ ਆਉਂਦੀ ਹਾਂ, 3 ਟਾਈਮ ਦਾ ਮੀਲ ਬਣਾ ਕੇ ਆਉਂਦੀ ਹਾਂ। ਫਿਰ ਉਸ ਤੋਂ ਬਾਅਦ ਘਰ ਜਾ ਕੇ ਬੇਟੇ ਨੂੰ ਦੇਖਣੀ, ਉਹਦੀ ਸਟੱਡੀ ਦੇਖਣੀ, ਸਭ ਕੁਝ ਦੇਖ ਰਹੀ ਹਾਂ ਮੈਂ ਉਹਦਾ। ਅਤੇ ਇਹ ਨਹੀਂ ਹੈ ਕਿ ਬਸ ਇੱਕੋ ਚੀਜ਼ ਵੱਲ ਫੋਕਸ ਕਰੀ ਜਾਓ। ਜੇ ਤੁਹਾਡੇ 'ਚ ਹਿੰਮਤ ਹੈ, ਤੁਸੀਂ ਕਰੋ ਕੰਮ, ਕੋਈ ਨਾ ਕੋਈ ਕੰਮ ਜ਼ਰੂਰ ਕਰੋ। ਲੇਡੀਜ਼ ਨੂੰ ਘਰ ਦੇ ਅੰਦਰ ਬੰਦ ਹੋਣ ਦੀ ਮੇਰੇ ਹਿਸਾਬ ਨਾਲ ਤਾਂ ਨਹੀਂ ਰਹਿਣਾ ਚਾਹੀਦਾ। ਹਾਂਜੀ, ਘਰ ਵੀ ਸੰਭਾਲ ਸਕਦੀਆਂ ਨੇ ਤੇ ਬਾਹਰ। ਬਿਲਕੁਲ ਦੋਨੋਂ ਕੰਮ ਕਰ ਸਕਦੀਆਂ ਲੇਡੀਜ਼। ਬਹੁਤ ਹਿੰਮਤ ਹੁੰਦੀ ਲੇਡੀਜ਼ 'ਚ। ਔਰ ਤੁਹਾਨੂੰ ਮਿਲ ਕੇ ਬਹੁਤ ਹੀ ਚੰਗਾ ਲੱਗਾ, ਬਹੁਤ ਹੀ ਹਿੰਮਤ ਭਰੀ ਹੋਈ ਤੁਸੀਂ ਸ਼ਖਸੀਅਤ ਹੋ। ਧੰਨਵਾਦ ਸਮਾਂ। ਥੈਂਕ ਯੂ ਸਰ। ਸੋ ਇਹ ਸਨ ਸਾਡੇ ਨਾਲ ਰੁਪਿੰਦਰ ਕੌਰ ਜੀ, ਜੋ ਕਿ ਖਰੜ ਦੇ ਵਿੱਚ ਦਿੱਲੀ ਵਾਹ ਜੀ ਵਾਹ ਦੇ ਜ਼ਰੀਏ ਵਾਹ ਜੀ ਵਾਹ ਹੀ ਕਰਵਾ ਰਹੇ ਨੇ। ਸੋ ਉਹਨਾਂ ਦੀ ਕਹਾਣੀ ਦੇ ਰੂਬਰੂ ਕਰਵਾਇਆ ਕਿ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਉਹ ਸ਼ੈਫ ਵਜੋਂ ਕੰਮ ਕਰ ਰਹੇ ਸੀਗੇ, ਕੁਝ ਦਿੱਕਤਾਂ ਦੇ ਚਲਦੇ ਇੱਥੇ ਆਉਣਾ ਪਿਆ ਤੇ ਇੱਥੇ ਆ ਕੇ ਖੁਦ ਨੂੰ ਉਹਨਾਂ ਨੇ ਇੱਕ ਬ੍ਰਾਂਡ ਬਣਾ ਦਿੱਤਾ, ਬਾਕੀ ਦੀਆਂ ਔਰਤਾਂ ਦੇ ਲਈ ਇੱਕ ਮਿਸਾਲ ਬਣਾ ਦਿੱਤਾ। ਸੋ ਅਸੀਂ ਇਸੇ ਤਰ੍ਹਾਂ ਨਾਲ ਕੋਸ਼ਿਸ਼ ਕਰਦੇ ਰਹਾਂਗੇ ਅਜਿਹੀਆਂ ਮਜ਼ਬੂਤ ਔਰਤਾਂ ਦੀਆਂ ਕਹਾਣੀਆਂ ਦੇ ਰੂਬਰੂ ਤੁਹਾਨੂੰ ਕਰਵਾਈਏ। ਸੋ ਅੱਜ ਕਰਵਾਇਆ ਰੁਪਿੰਦਰ ਹੁਣਾਂ ਦੇ, ਸੋ ਹੋਰ ਵੀ ਕਈਆਂ ਦੇ ਕਰਵਾਵਾਂਗੇ। ਸੋ ਤੁਸੀਂ ਜੁੜੇ ਰਹਿਣਾ ਅੱਖਰ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਵਿਸ਼ਾਲ ਦੇ ਨਾਲ ਦਿਓ ਆਗਿਆ। ਧੰਨਵਾਦ।